ਦੋਸਤੋ ਪੰਜਾਬੀ ਟ੍ਰਿਬਿਊਨ ਦੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਫਰੀਦਾ ਮੌਤੋਂ ਭੁੱਖਬੁਰੀ, ਜਿਸ ਲਈ ਗੱਲਬਾਤ ਲਈ ਸਾਡੇ ਨਾਲ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਸਿੰਘ ਭੁੱਲਰ। ਭੁੱਲਰ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਬੜੀ ਮਿਹਰਬਾਨੀ ਆਤਿਸ਼ ਤੁਹਾਡੀ। ਚਰਨਜੀਤ ਜੀ, ਅੱਜ ਅਖਬਾਰਾਂ ਦੇ ਵਿੱਚ ਖਬਰਾਂ ਛਪੀਆਂ ਨੇ ਵੀ ਕਿ ਭਾਰਤ ਦੇ ਹਾਲਾਤ ਹੈ ਜਿਹੜੇ ਹਰ ਰੋਜ਼ ਬਹੁਤ ਮਾੜੇ ਹੁੰਦੇ ਜਾ ਰਹੇ ਨੇ। ਇੱਥੇ ਭੁੱਖਮਰੀ ਜਿਹੜੀ ਹੈਗੀ ਹੈ ਵੱਧਦੀ ਜਾ ਰਹੀ ਹੈ। ਦੂਜੇ ਪਾਸੇ ਦੇਸ਼ ਦੇ ਪ੍ਰਧਾਨ ਮੰਤਰੀ ਇਹ ਕਹਿ ਰਹੇ ਨੇ ਨਵੇਂ ਭਾਰਤ ਦੀ ਜਿਹੜੀ ਹੈਗੀ ਹੈ ਗੱਲਾਂ ਕਰ ਰਹੇ ਨੇ, ਪਰ ਇਹ ਜਿਹੜੀਆਂ ਰਿਪੋਰਟਾਂ ਆਈਆਂ ਨੇ ਇਹ ਬਹੁਤ ਹੀ ਨਿਰਾਸ਼ ਕਰਨ ਵਾਲੀਆਂ ਨੇ। ਤੁਸੀਂ ਇਹਨਾਂ ਰਿਪੋਰਟਾਂ ਨੂੰ ਕਿਵੇਂ ਦੇਖਦੇ ਹੋ? ਆਤਿਸ਼, ਜਿਵੇਂ ਕਹਿੰਦੇ ਨੇ ਕਿ ਭੁੱਲ ਗਏ ਨੇ ਰੰਗ ਰਾਗ, ਭੁੱਲ ਗਈਆਂ ਜੱਕੜਾਂ, ਤਿੰਨੋਂ ਗੱਲਾਂ ਯਾਦ ਰਹੀਆਂ, ਤੇਲ ਲੂਣ ਲੱਕੜਾਂ। ਤੇ ਜਿਹੜੀ ਇਹ ਰਿਪੋਰਟ ਹੈ ਇਹਦਾ ਜਿਹੜਾ ਮੇਨ ਕੇਂਦਰ ਬਿੰਦੂ ਹੈ ਉਹ ਲੂਣ ਤੇਲ ਲੱਕੜਾਂ ਨਾਲ ਹੀ ਤਾਲੁਕ ਰੱਖਦਾ ਹੈ। ਗਲੋਬਲ ਹੰਗਰ ਇੰਡੈਕਸ ਦੀ ਜਿਹੜੀ ਇਹ ਰਿਪੋਰਟ ਹੈ ਉਹ ਸਾਡੇ ਸਾਹਮਣੇ ਆਈ ਹੈ ਤੇ ਉਸ ਟਾਈਮ ਸਾਡੇ ਸਨਮੁਖ ਹੋਈ ਹੈ ਕਿ ਜਦੋਂ ਅਸੀਂ ਡਿਜੀਟਲ ਭਾਰਤ ਦੀ ਜਾਂ ਡਿਜੀਟਲ ਇੰਡੀਆ ਦੀ ਗੱਲ ਕਰ ਰਹੇ ਹਾਂ, ਅਸੀਂ ਬੁਲਟ ਟਰੇਨਾਂ ਦੀ ਗੱਲ ਕਰ ਰਹੇ ਹਾਂ ਤੇ ਇਹਨੇ ਸਾਨੂੰ ਸਾਡੀ ਜਿਹੜੀ ਹਕੀਕਤ ਹੈ ਜਾਂ ਸਾਡੀ ਜ਼ਮੀਨ ਸਾਨੂੰ ਦਿਖਾਈ ਹੈ। ਤਾਂ ਇਹ ਰਿਪੋਰਟ ਸਾਡੀ, ਜਿਵੇਂ ਆਮ ਕਿਹਾ ਜਾਂਦਾ ਕਿ ਕੁੱਲੀ ਗੁੱਲੀ ਜੁੱਲੀ, ਇਹ ਇਕੱਲੀ ਉਹਦੀ ਗੁੱਲੀ ਨਾਲ ਜੁੜੀ ਹੋਈ ਹੈ ਕਿ ਇੰਡੀਆ ਦੇ ਕਿੰਨੇ ਲੋਕਾਂ ਨੂੰ ਜਿਹੜਾ ਸਹੀ ਕੈਲਰੀਜ਼ ਵਾਲਾ ਪੌਸ਼ਟਿਕ, ਜਿਹਨੂੰ ਖਾਣਾ ਕਹਿੰਦੇ ਨੇ ਜਾਂ ਖੁਰਾਕ ਹੈ, ਉਹ ਮਿਲਦੀ ਹੈ। ਉਹਦੇ ਆਧਾਰ 'ਤੇ ਇਹ ਤਿਆਰ ਕੀਤੀ ਗਈ ਹੈ। ਤਾਂ ਜਿਹੜੇ ਮੁੱਢਲੇ ਦੇ ਵੇਰਵੇ ਸਾਹਮਣੇ ਸਾਡੇ ਆਏ ਨੇ ਉਹਦੇ ਮੁਤਾਬਕ ਇਹੀ ਹੈ ਕਿ 107 ਮੁਲਕਾਂ ਦੇ ਵਿੱਚੋਂ ਜਿਹੜਾ ਇੰਡੀਆ ਹੈ ਉਹ 94 ਨੰਬਰ 'ਤੇ ਹੈ। ਔਰ ਪਿਛਲੇ ਸਾਲ ਵੀ ਜਿਹੜਾ ਇੰਡੀਆ ਸੀ ਉਹ 102ਵੇਂ ਨੰਬਰ 'ਤੇ ਸੀਗਾ, ਦੂਜੇ ਨੰਬਰ 'ਤੇ ਸੀ। ਅਸੀਂ ਥੋੜ੍ਹਾ ਜਿਹਾ ਅੱਗੇ ਨੂੰ ਇੰਪਰੂਵ ਕੀਤਾ ਹੈ। ਪਰ ਅਸੀਂ ਜਦੋਂ ਆਪਣੇ ਗੁਆਂਢੀ ਮੁਲਕਾਂ 'ਤੇ ਝਾਤ ਮਾਰਦੇ ਹਾਂ, ਜਿਨ੍ਹਾਂ ਤੋਂ ਅਸੀਂ ਕਾਫੀ ਅੱਗੇ ਲੰਘ ਜਾਣ ਦੀਆਂ ਗੱਲਾਂ ਕਰਦੇ ਹਾਂ, ਤਾਂ ਇਸ ਮਾਮਲੇ 'ਚ ਅਸੀਂ ਉਹਨਾਂ ਨਾਲੋਂ ਪਛੜੇ ਹੋਏ ਹਾਂ। ਜਿਸ ਤਰ੍ਹਾਂ ਪਾਕਿਸਤਾਨ ਹੋਇਆ, ਭੂਟਾਨ ਹੋਇਆ, ਨੇਪਾਲ ਹੋਇਆ, ਸ਼੍ਰੀਲੰਕਾ ਹੋਇਆ, ਇਹਨਾਂ ਨੂੰ ਜਿਹੜਾ ਇਹ ਇੰਡੈਕਸ ਦੇ ਵਿੱਚ ਦਰਜਾਬੰਦੀ ਦੇ ਵਿੱਚ ਜਿਹੜੀ ਇੱਕ ਦਰਮਿਆਨੀ ਵਰਗ ਬਣਾਇਆ ਹੋਇਆ, ਸੂਚੀ ਬਣਾਈ ਹੈ, ਉਹਦੇ ਵਿੱਚ ਰੱਖਿਆ ਗਿਆ। ਔਰ ਜਿਹੜਾ ਇੰਡੀਆ ਹੈ ਉਹਨੂੰ ਗੰਭੀਰ ਸ਼੍ਰੇਣੀ ਦੇ ਵਿੱਚ ਰੱਖਿਆ ਹੋਇਆ ਹੈ। ਤਾਂ ਇਸ ਦਾ ਮਤਲਬ ਇਹ ਹੈ ਕਿ ਸਾਡੀ ਕੰਡੀਸ਼ਨ ਸਾਡੇ ਗੁਆਂਢੀ ਮੁਲਕਾਂ ਨਾਲੋਂ ਕਾਫੀ ਮਾੜੀ ਹੈਗੀ ਹੈ। ਅਸੀਂ ਲੋਕਾਂ ਨੂੰ ਇੰਨੇ ਵਰ੍ਹਿਆਂ ਬਾਅਦ ਆਜ਼ਾਦੀ ਦੇ ਕਿ ਜਿਹੜੀਆਂ ਮੁੱਢਲੀਆਂ ਜ਼ਰੂਰਤਾਂ ਨੇ ਉਹਨਾਂ ਦੀਆਂ ਉਹ ਵੀ ਅਸੀਂ ਪੂਰੀਆਂ ਨਹੀਂ ਕਰ ਸਕੇ। ਯੂਨਾਈਟਿਡ ਨੇਸ਼ਨ ਦਾ ਇੱਕ ਟਾਰਗੇਟ ਹੈ ਆਤਿਸ਼, ਕਿ ਉਹਨਾਂ ਨੇ ਕਿਹਾ ਕਿ ਅਸੀਂ 2030 ਤੱਕ ਪੂਰੇ ਵਰਲਡ ਨੂੰ ਜਿਹੜਾ ਭੁੱਖਮਰੀ ਤੋਂ ਮੁਕਤ ਕਰਨਾ ਹੈਗਾ। ਔਰ ਸਾਡਾ ਜਿਹੜਾ ਨੀਤੀ ਆਯੋਗ ਹੈ ਉਹ ਵੀ ਇਹੀ ਏਜੰਡਾ ਲੈ ਕੇ ਚੱਲਿਆ ਕਿ ਜ਼ੀਰੋ ਹੰਗਰ ਨੋ ਪਾਵਰਟੀ, ਇਹ ਇਸ ਕਿਸਮ ਦਾ ਉਹਨਾਂ ਦਾ ਜਿਹੜਾ ਨਾਅਰਾ ਹੈਗਾ। ਤਾਂ ਇਸ ਰਿਪੋਰਟ 'ਤੇ ਅਸੀਂ ਝਾਤ ਮਾਰੀਏ ਤਾਂ ਇਹਦੇ ਰਿਪੋਰਟ ਦੇ ਅਨੁਸਾਰ ਕਿ 14% ਜਿਹੜੇ ਲੋਕ ਹੈ ਉਹ ਕੁਪੋਸ਼ਣ ਦਾ ਸ਼ਿਕਾਰ ਨੇ, ਜਿਨ੍ਹਾਂ ਨੂੰ ਲੋੜੀਂਦਾ ਭੋਜਨ ਨਹੀਂ ਮਿਲ ਰਿਹਾ। ਤਾਂ ਇੱਕ ਯੂਨੀਸੇਫ ਦੀ ਵੀ ਪਿੱਛੇ ਜੇ ਰਿਪੋਰਟ ਆਈ ਸੀ, ਉਹਦੇ ਵਿੱਚ ਵੀ ਉਹਨਾਂ ਨੇ ਕਿਹਾ ਸੀ ਕਿ ਇੱਕ ਸਾਲ ਦੇ ਵਿੱਚ ਜਿਹੜੇ 8,82,000 ਜਿਹੜੇ ਬੱਚੇ ਨੇ ਜਿਨ੍ਹਾਂ ਦੀ ਉਮਰ 5 ਸਾਲ ਤੋਂ ਘੱਟ ਹੈ, ਉਹਨਾਂ ਦੀ ਮੌਤ ਇੱਕੋ ਸਾਲ 'ਚ ਹੋਈ ਹੈ। ਇਹਦੇ ਵਿੱਚ ਆਤਿਸ਼ ਸਭ ਤੋਂ ਵੱਧ ਹੈ ਜਿਹੜਾ ਭੁਗਤਣਾ ਪੈਂਦਾ ਹੈ ਉਹ ਛੋਟੇ ਬੱਚਿਆਂ ਨੂੰ ਭੁਗਤਣਾ ਪੈਂਦਾ ਹੈ। ਕਿਉਂਕਿ ਹੁਣ ਜਿਸ ਤਰ੍ਹਾਂ ਦੀ ਹਾਲਾਤ ਨੇ ਸਾਡੇ ਮੁਲਕ ਦੇ, ਜਿਸ ਤਰ੍ਹਾਂ ਦੀ ਸਾਡੇ ਮੁਲਕ 'ਚ ਗਰੀਬੀ ਹੈ, ਚਾਹੇ ਅਸੀਂ ਟਾਰ ਕੋਈ ਵੀ ਮਾਰੀ ਜਾਈਏ ਕਿ ਅਸੀਂ ਮਹਾਸ਼ਕਤੀ ਬਣਨ ਵੱਲ ਵੱਧ ਰਹੇ ਹਾਂ, ਪਰ ਜਿਹੜੀ ਗਰਾਊਂਡ ਰਿਐਲਿਟੀ ਹੈ ਕੁਛ ਹੋਰ ਹੈ। ਹੁਣ ਤਾਂ ਬੱਚੇ ਨੂੰ ਜਿਹੜੀ ਮਾਂ ਦੇ ਪੇਟ ਦੇ ਵਿੱਚ ਵੀ ਜਿਹੜਾ ਸਹੀ ਭੋਜਨ ਨਹੀਂ ਮਿਲਦਾ, ਸਹੀ ਖੁਰਾਕ ਨਹੀਂ ਮਿਲਦੀ। ਤਾਂ 5 ਸਾਲ ਦੀ ਏਜ 'ਚ ਆ ਕੇ ਯੂਨੀਸੇਫ ਕਹਿੰਦਾ ਹੈ ਕਿ 8 ਜਾਂ 9 ਲੱਖ ਦੇ ਕਰੀਬ ਹਰ ਸਾਲ ਬੱਚੇ ਆ ਜਿਹੜੇ ਇੰਡੀਆ ਦੇ ਵਿੱਚ ਉਹ ਮੌਤ ਦੇ ਮੂੰਹ ਜਾ ਪੈਂਦੇ ਨੇ। ਅਸੀਂ ਉਹਨੂੰ ਲੋੜੀਂਦਾ ਜਿਹੜਾ ਭੋਜਨ ਹੈ ਉਹ ਦੇ ਨਹੀਂ ਸਕਦੇ। ਤੇ ਇਹ ਰਿਪੋਰਟ ਵੀ ਕਈ ਪੈਮਾਨੇ ਇਸ ਰਿਪੋਰਟ 'ਚ ਬਣਾਏ ਗਏ ਨੇ, ਜਿਨ੍ਹਾਂ ਨੂੰ ਉਧਾਰ ਲੈ ਕੇ ਇਹਦਾ ਨਤੀਜਾ ਕੱਢਿਆ ਜਾਂਦਾ ਹੈਗਾ। ਸਾਡੇ ਨਾਲੋਂ ਚਾਈਨਾ ਦੀ ਪੋਜੀਸ਼ਨ ਹੈ ਜਿਹੜੀ ਉਹ ਅੱਛੀ ਹੈ, ਦੂਸਰੇ ਮੁਲਕਾਂ ਦੀ ਅੱਛੀ ਹੈ। ਅਸੀਂ ਹਰ ਮਾਮਲੇ 'ਚ ਇੰਟਰਨੈਸ਼ਨਲ ਲੈਵਲ 'ਤੇ ਜਿੰਨੀ ਵੀ ਪਿੱਛੇ ਰਿਪੋਰਟਾਂ ਆਈਆਂ ਅਸੀਂ ਪਿੱਛੇ ਖੜ੍ਹੇ ਹਾਂ, ਅਸੀਂ ਫੱਡ ਹੀ ਹੈਗੇ ਹਾਂ ਇਸ ਮਾਮਲੇ ਦੇ ਵਿੱਚ। ਤਾਂ ਜਿਹੜੀ ਇਹ ਰਿਪੋਰਟ ਆਤਿਸ਼ ਆਈ ਹੈਗੀ ਹੈ ਉਸ ਟਾਈਮ ਆਈ ਹੈ ਕਿ ਜਦੋਂ ਸਾਡੇ ਸੈਂਟਰ ਗੌਰਮੈਂਟ ਨੇ ਖੇਤੀ ਕਾਨੂੰਨ ਬਣਾ ਕੇ ਉਹਨਾਂ ਕਿਸਾਨਾਂ ਨੂੰ ਜਿਹੜਾ ਨਿਹੱਥੇ ਕੀਤਾ ਹੈ, ਜਿਨ੍ਹਾਂ ਕਿਸਾਨਾਂ ਨੇ ਕਿਸੇ ਟਾਈਮ
ਸਾਡੇ ਜਦੋਂ ਅਨਾਜ ਦੀ ਕਮੀ ਸੀਗੀ ਤੇ ਅਨਾਜ ਦਾ ਜਿਹੜਾ ਕਟੋਰਾ ਭਰਨ ਵਾਲਾ ਉਹ ਪੰਜਾਬ ਦਾ ਕਿਸਾਨ ਹੈ। ਅਸੀਂ ਤਕਰੀਬਨ ਇਸ ਵੇਲੇ 20% ਜਿਹੜੀ ਸਾਡੀ ਵੀਟ ਹੈ ਜਿਹੜੀ ਉਹ ਇਕੱਲੀ ਪੰਜਾਬ ਦੀ ਹੁੰਦੀ ਹੈ। ਹੁਣ ਵੱਖਰੀ ਗੱਲ ਹੈ ਕਿ ਦੂਸਰੇ ਸੂਬੇ ਵੀ ਇਹਦੇ ਵਿੱਚ ਕੰਟਰੀਬਿਊਟ ਕਰਨਾ ਸ਼ੁਰੂ ਕਰ ਦਿੱਤਾ। ਮਤਲਬ ਮੇਨ ਯੋਗਦਾਨ ਸਾਡਾ ਰਿਹਾ, ਇਸ ਕਿ ਲੰਬੀ ਘਾਲਣਾ ਦੇ ਵਿੱਚੋਂ ਅਸੀਂ ਗੁਜ਼ਰੇ ਹੋਏ ਲੋਕ ਹੈਗੇ ਹਾਂ। ਪੰਜਾਬ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਰਹੀ ਹੈ ਇੰਡੀਆ ਦੇ ਵਿੱਚ। ਜਦੋਂ ਦੇਖੋ ਕਿ ਜਦੋਂ ਬੰਗਾਲ ਦਾ ਕਾਲ ਪਿਆ ਹੈਗਾ 42-43 ਦੇ ਵਿੱਚ ਸਾਡੇ ਆਜ਼ਾਦੀ ਤੋਂ ਪਹਿਲਾਂ, ਉਦੋਂ 5 ਮਿਲੀਅਨ ਲੋਕ ਸਿਰਫ ਭੁੱਖਮਰੀ ਕਰਕੇ ਮਰ ਗਏ ਸੀ, ਸਾਡੇ ਉਹਨਾਂ ਦੀ ਮੌਤ ਹੋ ਗਈ ਸੀ। ਤੇ ਉਸ ਤੋਂ ਬਾਅਦ ਅਸੀਂ ਕਿੰਨਾ ਕੁਝ ਝੱਲਿਆ ਹੈਗਾ। ਗ੍ਰੀਨ ਰੈਵੋਲੂਸ਼ਨ ਤੋਂ ਪਹਿਲਾਂ ਵਾਲਾ ਪੀਰੀਅਡ ਹੈ ਜਿਹੜਾ, ਉਹ ਇੱਕ ਵੱਡਾ ਕ੍ਰਾਈਸਿਸ ਵਾਲਾ ਪੀਰੀਅਡ ਸੀ ਪੂਰੇ ਇੰਡੀਆ ਦੇ ਲਈ। ਤਾਂ ਉਦੋਂ ਵੀ ਪੰਜਾਬ ਦਾ ਕਿਸਾਨ ਅੱਗੇ ਲੱਗਿਆ ਸੀਗਾ। ਤੇ ਬਾਕੀ ਪ੍ਰੋਡਕਸ਼ਨ ਤਾਂ ਹੁਣ ਸ਼ੁਰੂ ਹੋਈ ਹੈ। ਉਦੋਂ ਤਕਰੀਬਨ ਜਦੋਂ 1950-52 ਦੀਆਂ ਗੱਲਾਂ ਨੇ ਕਿ ਉਦੋਂ ਸਾਡੇ ਪੰਜਾਬ ਦੇ ਵਿੱਚ ਜਿਹੜੀ ਫੂਡ ਗ੍ਰੇਨ ਦੀ ਪ੍ਰੋਡਕਸ਼ਨ ਸੀ ਉਹ 50 ਲੱਖ ਮਤਲਬ ਟਨ ਸੀਗੀ। ਤੇ ਹੁਣ ਜਿਹੜੀ ਪ੍ਰੋਡਕਸ਼ਨ ਹੈ ਉਹ 290 ਲੱਖ ਟਨ ਤੇ ਜਿਹੜੀ ਹੈਗੀ ਹੈ ਪਹੁੰਚ ਗਈ ਹੈ। ਹਾਲਾਂਕਿ ਉਦੋਂ ਸਾਡਾ ਸਾਂਝਾ ਪੰਜਾਬ ਸੀਗਾ, ਸਾਡਾ ਰਕਬਾ ਜਿਓਗ੍ਰਾਫੀਕਲੀ ਅਸੀਂ ਵੱਡਾ ਏਰੀਆ ਸੀ। ਹੁਣ ਸਾਡਾ ਏਰੀਆ ਵੀ 50 ਲੱਖ ਹੈਕਟੇਅਰ ਟੋਟਲ ਰਹਿ ਗਿਆ। ਠੀਕ ਹੈ, ਏਰੀਆ ਘਟਣ ਦੇ ਬਾਵਜੂਦ ਸਾਡੀ ਪ੍ਰੋਡਕਸ਼ਨ ਹੈ ਜਿਹੜੀ 4-4.5 ਗੁਣਾ ਜਿਹੜੀ ਅੱਗੇ ਨਾਲੋਂ ਵੱਧ ਗਈ ਹੈਗੀ ਹੈ। ਜਦੋਂ ਅਸੀਂ ਆਜ਼ਾਦ ਹੋਏ ਸੀ ਤਾਂ ਉਦੋਂ ਗ੍ਰੀਨ ਰੈਵੋਲੂਸ਼ਨ ਜਦੋਂ ਹਜੇ ਆਈ ਨਹੀਂ, 120 ਸਾਲ ਦਾ ਜਿਹੜਾ 15-20 ਸਾਲ ਦਾ ਪੀਰੀਅਡ ਸੀ, ਉਦੋਂ ਗੌਰਮੈਂਟ ਨੇ ਸਕੀਮ ਦਿੱਤੀ ਸੀ ਗਰੋ ਮੋਰ ਫੂਡ। ਉਹਦੇ ਵਿੱਚ ਕਿਸਾਨਾਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਸੀ ਕਿ ਉਹ ਆਪਣੀ ਪ੍ਰੋਡਕਸ਼ਨ, ਆਪਣੀ ਜੀਲਡ ਹੈ ਜਿਹੜੀ ਉਹ ਕਿੱਦਾਂ ਇਨਕਰੀਜ਼ ਕਰ ਸਕਦੇ ਨੇ। ਬਿਊਰੋਕਰੇਸੀ ਨੂੰ ਵੀ ਉਦੋਂ ਇਸ ਪਾਸੇ ਲਾਇਆ ਗਿਆ ਸੀ। ਖਾਸ ਤੌਰ 'ਤੇ ਬਿਊਰੋਕਰੇਸੀ ਲਈ ਜੀਪਾਂ ਦਿੱਤੀਆਂ ਸੀ ਕਿ ਤੁਸੀਂ ਪਿੰਡਾਂ 'ਚ ਜਾਓ, ਕਿਸਾਨਾਂ ਨੂੰ ਸਮਝਾਓ, ਨਵੀਆਂ ਟੈਕਨੀਕਾਂ ਤੋਂ ਉਹਨਾਂ ਨੂੰ ਜਾਣੂ ਕਰਾਓ ਕਿ ਕਿੱਦਾਂ ਜੀਲਡ ਵੱਧ ਲਈ ਜਾ ਸਕਦੀ ਹੈ। ਇਹ ਵੱਖਰੀ ਗੱਲ ਹੈ ਕਿ ਉਦੋਂ ਜਿਹੜੀ ਬਿਊਰੋਕਰੇਸੀ ਸਾਡੀ ਜਿਸ ਤਰ੍ਹਾਂ ਦੀ ਅੱਜ ਹੈ, ਉਦੋਂ ਕਿਹੜਾ ਬਾਹਲੀ ਦਿਆਨਤਦਾਰੀ ਸੀ। ਤੇ ਉਦੋਂ ਬੜੀ ਗੱਲ ਇੱਕ ਪ੍ਰਚਲਿਤ ਹੋਈ ਸੀ ਕਿ ਜਿਹੜੀਆਂ ਜੀਪਾਂ ਦਿੱਤੀਆਂ ਨੇ ਉਹ ਆਪਦੀ ਰਿਸ਼ਤੇਦਾਰੀਆਂ 'ਚ ਰਿਸ਼ਤੇਦਾਰਾਂ ਨੂੰ ਢੋਂਦੇ ਫਿਰਦੇ ਨੇ, ਟੂਰ ਲਵਾਉਂਦੇ ਫਿਰਦੇ ਨੇ ਅਫਸਰ। ਤੇ ਮੁੜ ਕੇ ਫਿਰ ਉਹਨਾਂ ਨੂੰ ਕਿਸਾਨਾਂ ਨੇ ਰੌਲਾ ਪਾਇਆ, ਜਿਸ ਤਰ੍ਹਾਂ ਹੁਣ ਕਿਸਾਨ ਧਿਰਾਂ ਰੌਲਾ ਪਾ ਰਹੀਆਂ ਨੇ, ਤਾਂ ਉਦੋਂ ਰੌਲਾ ਪਿਆ ਕਿ ਇਹਨਾਂ ਨੂੰ ਜੀਪਾਂ ਛੱਡੋ ਤੇ ਘੋੜੇ ਦਿਓ। ਤੇ ਬਹੁਤੇ ਅਫਸਰਾਂ ਨੂੰ ਮੁੜ ਕੇ ਫਿਰ ਘੋੜੇ ਦਿੱਤੇ ਸੀਗੇ ਕਿ ਤੁਸੀਂ ਪਿੰਡਾਂ 'ਚ ਜਾਣਾ, ਖੇਤਾਂ 'ਚ ਜਾਣਾ ਤੇ ਕਿਸਾਨਾਂ ਨੂੰ ਮੋਟੀਵੇਟ ਕਰਨਾ ਹੈਗਾ। ਇਸ ਕਿਸਮ ਦੇ ਹਾਲਾਤਾਂ ਦੇ ਵਿੱਚ ਉਸ ਟਾਈਮ ਜਿਹੜੇ ਮਿਨੀਮਮ ਵੇਜਸ ਵੀ ਤੈਅ ਹੁੰਦੇ ਸੀਗੇ 1951 ਦੇ ਵਿੱਚ, ਉਹਦੇ ਨਾਲ ਵੀ ਫੂਡ ਨੂੰ ਜੋੜਿਆ ਜਾਂਦਾ ਸੀਗਾ ਕਿ 30 ਰੁਪਏ ਉਦੋਂ ਹੁੰਦੇ ਸੀਗੇ ਪਰ ਮੰਥ ਵੇਜ ਜਿਹੜਾ ਤੈਅ ਕੀਤਾ ਜਾਂਦਾ ਮਿਨੀਮਮ ਵੇਜਸ। ਤੇ ਉਹਦੇ ਨਾਲ ਪਲੱਸ ਕੇ ਫੂਡ ਦੀ ਕੰਡੀਸ਼ਨ ਹੁੰਦੀ ਸੀ ਕਿ ਨਾਲ ਫੂਡ ਵੀ ਦੇਣਾ ਹੈਗਾ। ਇਹ ਆਪਾਂ ਗੱਲ ਹੋਰ ਪਾਸੇ ਨਾ ਕਿਤੇ ਤਿਲਕ ਜੇ ਤਾਂ ਮੈਂ ਆਤਿਸ਼ ਅੱਗੇ ਉਹਨੂੰ ਗੱਲ ਨੂੰ ਵਧਾਉਣਾ ਚਾਹੁੰਦਾ ਕਿ ਉਸ ਤੋਂ ਬਾਅਦ 1960 ਜਦੋਂ 66-67 'ਚ ਗ੍ਰੀਨ ਰੈਵੋਲੂਸ਼ਨ ਦਾ ਮੁੱਢ ਵੱਜਦਾ, ਉਦੋਂ ਪਹਿਲਾਂ ਜਿਹੜੀ ਤਸਕਰੀ ਹੁੰਦੀ ਸੀ, ਸਮਗਲਿੰਗ ਹੁੰਦੀ ਸੀ, ਉਹ ਅਨਾਜ ਦੀ ਹੁੰਦੀ ਸੀ। ਜਿਸ ਤਰ੍ਹਾਂ ਹੁਣ ਆਪਾਂ ਪਿੱਛੇ ਪੰਜਾਬ 'ਚ ਰੌਲਾ ਪਿਆ ਕਿ ਸ਼ਰਾਬ ਦੀ ਤਸਕਰੀ ਹੁੰਦੀ ਹੈ ਨਾ ਜੀ, ਜਾਂ ਭੁੱਕੀ ਦੀ ਤਸਕਰੀ ਹੁੰਦੀ ਹੈ, ਅਫੀਮ ਦੀ ਤਸਕਰੀ ਹੁੰਦੀ ਹੈ, ਚਿੱਟੇ ਦੀ ਹੁੰਦੀ ਹੈ। ਤਾਂ ਉਹਨਾਂ ਟਾਈਮ ਅਨਾਜ ਦੀ ਥੁੜ ਸੀ, ਉਦੋਂ ਅਨਾਜ ਦੀ ਤਸਕਰੀ ਹੁੰਦੀ ਸੀ। ਮੇਰੇ ਯਾਦ ਹੈ ਕਿ ਮੇਰੇ ਕੋਲ ਫਿਗਰ ਆਈ ਹੈ 1960 ਦੇ ਵਿੱਚ 315 ਕੇਸ ਹੈ ਜਿਹੜੇ ਉਹ ਇਕੱਲੇ ਅਨਾਜ ਦੀ ਤਸਕਰੀ ਦੇ ਵਿੱਚ ਹੋਏ ਸੀ, ਕਿਉਂਕਿ ਅਨਾਜ ਹੁੰਦਾ ਨਹੀਂ ਸੀਗਾ ਮੁਲਕ ਦੇ ਵਿੱਚ। ਸਾਡੀ ਸਟੇਟ 'ਚ ਵੀ ਅਨਾਜ ਦੀ ਥੁੜ ਸੀਗੀ। ਤਾਂ ਸਾਡੇ ਜਿਹੜੇ ਲੋਕ ਹੈ ਕੋਈ ਖੱਚਰਾਂ 'ਤੇ ਜਾਂ ਮੋਸਟਲੀ ਊਠਾਂ 'ਤੇ ਦੂਸਰੀਆਂ ਸਟੇਟਾਂ ਦੇ ਵਿੱਚ ਉਹ ਅਨਾਜ ਲੈ ਆਉਂਦੇ ਸੀ, ਫੜੇ ਜਾਂਦੇ ਸੀ ਰਸਤਿਆਂ 'ਚ। ਤਾਂ ਉਦੋਂ ਇਸ ਕਿਸਮ ਦੇ ਹਾਲਾਤ ਸੀ। ਅਸੀਂ ਇਸ ਕਿਸਮ ਦੇ ਫੇਜ਼ ਵਿੱਚ ਦੀ ਗੁਜ਼ਰੇ ਹੋਏ ਹਾਂ। ਤਾਂ ਇਹਨਾਂ ਹਾਲਾਤਾਂ ਨੂੰ ਦੇਖਦੇ ਹੋਏ ਜੇ ਅੱਜ ਅਸੀਂ ਇੰਨੇ ਵਰ੍ਹਿਆਂ ਬਾਅਦ ਵੀ ਸਾਡੀ ਕੰਡੀਸ਼ਨ, ਜਦੋਂ ਅਸੀਂ ਪ੍ਰੋਡਕਸ਼ਨ 'ਚ ਕਈ ਗੁਣਾ ਵੱਧ ਚੁੱਕੇ ਹਾਂ ਔਰ ਸਾਰੀਆਂ ਸਟੇਟਾਂ ਜਿਹੜੀਆਂ ਹੈਗੀਆਂ ਨੇ ਫਸਲਾਂ ਹੋਣ ਲੱਗੀਆਂ ਨੇ, ਬੰਜਰ ਜ਼ਮੀਨਾਂ ਜਿਹੜੀਆਂ ਆਬਾਦ ਹੋ ਚੁੱਕੀਆਂ ਨੇ, ਜਿੱਥੇ ਕਦੇ ਪਥਰਾਟ ਹੁੰਦੇ ਸੀਗੇ, ਜਿੱਥੇ ਕਿਤੇ ਜੰਗਲ, ਜਿਵੇਂ ਇੱਧਰ ਯੂਪੀ ਵਾਲੀ ਸਾਈਡ ਜੰਗਲ ਹੁੰਦੇ ਸੀ ਉੱਤਰਾਖੰਡ ਦੇ ਵਿੱਚ, ਤੇ ਸਾਡੇ ਪੰਜਾਬ ਦੇ ਫਾਰਮਰ ਉੱਥੇ ਭੇਜੇ ਗਏ ਸੀਗੇ। ਸਾਡੇ ਉੱਥੇ ਰੁਦਰਪੁਰ ਦਾ ਜਿਹੜਾ ਇਲਾਕਾ ਹੈਗਾ, ਉੱਥੇ ਇਹ ਕਿਹਾ ਜਾਂਦਾ ਸੀ ਕਿ ਪਤਾ ਨਹੀਂ ਕਿੰਨੇ ਕਿਸਾਨ ਤਾਂ ਸ਼ੇਰ ਖਾ ਗਏ ਸੀ ਉਦੋਂ। ਤਾਂ ਫਿਰ ਵੀ ਕਿਸਾਨਾਂ ਨੇ ਹਾਰ ਨਹੀਂ ਸੀ ਮੰਨੀ। ਇਹਨਾਂ ਹਾਲਾਤਾਂ 'ਚ ਰਹਿ ਕੇ ਕਿਸਾਨਾਂ ਨੇ ਜਿਹੜਾ ਸਾਨੂੰ ਖੇਤੀ ਅਨਾਜ ਦਿੱਤਾ, ਸਾਨੂੰ ਪੂਰੇ ਮੁਲਕ ਦਾ ਢਿੱਡ ਭਰਿਆ। ਤਾਂ ਇਹ ਜਦੋਂ ਰਿਪੋਰਟ ਸਾਡੇ ਸਾਹਮਣੇ ਆਉਂਦੀ ਹੈ ਤਾਂ ਸਾਨੂੰ ਇੱਕ ਨਿਰਾਸ਼ਾ ਵੀ ਹੱਥ ਲੱਗਦੀ ਹੈ ਕਿ ਇੰਨਾ ਕੁਛ ਹੋਣ ਦੇ ਬਾਵਜੂਦ ਅੱਜ ਸਾਡੇ ਜਿਹੜੇ ਹੱਥ ਹੈ ਉਹ ਫੇਰ ਖਾਲੀ ਨੇ। ਚਰਨਜੀਤ ਜੀ, ਕੇਂਦਰ ਸਰਕਾਰ ਵਾਰ-ਵਾਰ ਜਿਹੜੀ ਇਹ ਗੱਲ ਕਹਿ ਰਹੀ ਹੈ ਵੀ ਕਿ ਭਾਰਤ ਕੋਲ ਅਨਾਜ ਦੀ ਕੋਈ ਘਾਟ ਨਹੀਂ ਹੈ, ਸਾਡੇ ਗੋਦਾਮ ਜਿਹੜੇ ਹੈਗੇ ਆ ਉਹ ਭਰੇ ਪਏ ਨੇ। ਉਸਦੇ ਨਾਲ ਹੀ ਜਿਹੜਾ ਹੈਗਾ ਵੱਖ-ਵੱਖ ਸੂਬਿਆਂ ਤੋਂ ਅਜਿਹੀਆਂ ਖਬਰਾਂ ਵੀ ਵੇਖਣ 'ਚ ਆਉਂਦੀਆਂ ਨੇ ਵੀ ਕਿ ਰੋਜ਼ਾਨਾ ਜਿਹੜੀ ਹੈਗੀਆਂ ਸੈਂਕੜੇ ਲੋਕਾਂ ਦੀ ਮੌਤ ਜਿਹੜੀ ਹੈਗੀ ਭੁੱਖਮਰੀ ਕਰਕੇ ਹੋ ਰਹੀ ਹੈ। ਜਦ ਸਾਡੇ ਗੋਦਾਮ ਭਰੇ ਹੋਏ ਨੇ, ਅਨਾਜ ਦੀ ਕੋਈ ਘਾਟ ਨਹੀਂ, ਤਾਂ ਅਜਿਹਾ ਪਾੜਾ ਕਿਉਂ ਹੈ? ਅਸਲ 'ਚ ਆਤਿਸ਼ ਇਹ ਹੈਗਾ ਕਿ ਜਿਹੜੇ ਪਹਿਲਾਂ ਵਾਲੇ ਹਾਲਾਤ ਸੀ
ਇਹ ਭੁੱਖਮਰੀ ਨੂੰ ਉਸ ਤਰੀਕੇ ਨਾਲ ਤਾਂ ਜੋੜ ਨਹੀਂ ਸਕਦੇ ਅਸੀਂ। ਜਿਹੜੀ ਉਦੋਂ ਭੁੱਖ ਨਾਲ ਮੌਤਾਂ ਹੁੰਦੀਆਂ ਸੀ, ਉਦੋਂ ਸਾਡੇ ਕੋਲੇ ਅਨਾਜ ਦੀ ਘਾਟ ਸੀਗੀ, ਸਾਡੇ ਕੋਲੇ ਹੈ ਨਹੀਂ ਸੀ ਕਣਕ ਚਾਵਲ ਜਿਹਦੇ ਨਾਲ ਅਸੀਂ ਪੇਟ ਭਰ ਸਕੀਏ। ਤੇ ਹੁਣ ਸਾਡੇ ਕੋਲੇ ਕਮੀ ਨਹੀਂ ਕਿਸੇ ਕਿਸਮ ਦੀ, ਹੁਣ ਤਾਂ ਸਾਡੇ ਕੋਲ ਅਨਾਜ ਹੈ, ਹੁਣ ਅਸੀਂ ਅਨਾਜ ਦੇ ਵੀ ਰਹੇ ਹੈਗੇ, ਜਿਵੇਂ ਪੀਡੀਐਸ ਸਿਸਟਮ ਹੈਗਾ। ਤਾਂ ਜਿਸ ਟਾਈਮ ਫਰੈਂਚ ਰੈਵੋਲੂਸ਼ਨ ਦੇ ਨੇੜੇ ਤੇੜੇ ਸੀਗੇ, ਤੇ ਉਦੋਂ ਲੋਕਾਂ ਨੇ ਕਿਹਾ, ਰੋਟੀ ਮੰਗੀ ਉੱਥੋਂ ਦੀ ਮਹਾਰਾਣੀ ਤੋਂ, ਤਾਂ ਮਹਾਰਾਣੀ ਨੇ ਕਿਹਾ ਕਿ ਫਿਰ ਕੀ ਹੋਇਆ ਜੇ ਰੋਟੀ ਨਹੀਂ ਹੈਗੀ, ਪੇਟ ਨੂੰ ਝੁਲਕਾ ਹੀ ਦੇਣਾ ਹੈ, ਤੁਸੀਂ ਕੇਕ ਖਾ ਲਓ। ਤਾਂ ਇਸੇ ਤਰ੍ਹਾਂ ਸਾਡੇ ਜਿਹੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੈ, ਉਹ ਵੀ ਆਪਣਾ ਜਿਹੜਾ ਪੱਲਾ ਝਾੜ ਲੈ ਲੈਂਦੇ। ਉਹ ਕਹਿੰਦੇ ਨੇ ਕਿ ਅਸੀਂ ਦੇਸ਼ ਦੇ 130 ਕਰੋੜ ਲੋਕਾਂ ਦੇ ਵਿੱਚੋਂ ਅਸੀਂ 80 ਕਰੋੜ ਨੂੰ ਜਿਹੜਾ ਪੀਡੀਐਸ ਦੇ ਥਰੂ ਆ ਜਿਹੜਾ ਕਿਸੇ ਨੂੰ ਕਣਕ ਦੇਤੀ, ਜਿੱਥੇ ਚੌਲਾਂ ਵਾਲੇ ਸਟੇਟ ਹੈਗੇ ਨੇ, ਜਿੱਥੇ ਚੌਲ ਖਾਦੇ ਜਾਂਦੇ ਨੇ, ਉਹਨਾਂ ਨੂੰ ਚੌਲ ਦੇਤੇ। ਤਾਂ ਉਹ ਆਪਣਾ ਪੱਲਾ ਝਾੜ ਲੈਂਦੇ। ਉਹ ਕਹਿੰਦੇ ਕਿ ਜੀ ਅਸੀਂ ਆਪਣਾ ਜਿਹੜਾ ਫਰਜ਼ ਹੈ ਉਹ ਨਿਭਾ ਦਿੱਤਾ। ਜੇ ਫਰਜ਼ ਨਿਭਾਇਆ ਹੁੰਦਾ, ਸਹੀ ਫਰਜ਼ ਨਿਭਾਇਆ ਹੁੰਦਾ, ਤਾਂ ਜਿਹੜੀ ਅੱਜ ਗਲੋਬਲ ਹੰਗਰ ਜਿਹੜੀ ਇੰਡੈਕਸ ਹੈ, ਇਹਦੀ ਰਿਪੋਰਟ ਦੇ ਵਿੱਚ ਸਾਡੀ ਮਾੜੀ ਪੋਜੀਸ਼ਨ ਇੰਨੀ ਨਹੀਂ ਹੋਣੀ ਸੀ। ਮਸਲਾ ਇਹ ਨਹੀਂ ਕਿ ਅਸੀਂ ਕਿਸੇ ਨੂੰ ਚਾਵਲ ਦੇ ਦਿੱਤਾ, ਕਣਕ ਦੇ ਦਿੱਤਾ। ਉਹਨੂੰ ਬਣਾਉਣ ਲਈ ਕੀ ਚਾਹੀਦਾ ਹੈ? ਉਹਨੂੰ ਤੇਲ ਵੀ ਚਾਹੀਦਾ ਹੈ, ਉਹਨੂੰ ਗੈਸ ਵੀ ਚਾਹੀਦੀ ਹੈ, ਉਹਨੂੰ ਇਸ ਕਿਸਮ ਦੇ ਹਾਲਾਤ ਵੀ ਚਾਹੀਦੇ ਨੇ। ਇੱਕ ਮਜ਼ਦੂਰ ਹੈ, ਉਹ ਜਦੋਂ ਉਹਨੂੰ ਚਾਵਲ ਦੇ ਦਿੱਤਾ, ਬਣਾਏਗਾ ਕਿੱਥੇ ਉਹ? ਕੀ ਉਹਦੇ ਕੋਲੇ ਘਰ ਹੈ ਛੋਟਾ ਜਿੱਥੇ ਪ੍ਰੋਪਰ ਪਕਾਉਣ ਲਈ ਰਸੋਈ ਹੈ? ਉੱਥੋਂ ਦੀਆਂ ਕੰਡੀਸ਼ਨਸ ਕਿਹੋ ਜਿਹੀਆਂ ਨੇ? ਜਿਹੜੇ ਪਾਣੀ ਨਾਲ ਉਸਨੇ ਆਟਾ ਗੁੰਨਣਾ, ਉਹ ਪਾਣੀ ਕਿਹੋ ਜਿਹਾ? ਅਸੀਂ ਉਸ ਕਿਸਮ ਦੇ ਹਾਲਾਤ ਹੈ ਜਿਹੜੇ ਜਿਉਣਯੋਗ ਹਾਲਾਤ ਹੈ ਜਿਹੜੇ ਉਹ ਮੁਹੱਈਆ ਕਰਾਏ। ਇਕੱਲਾ ਇਹ ਇਸੇ ਗੱਲ 'ਤੇ ਨਹੀਂ ਖੜ ਜਾਂਦੀ ਕਿ ਅਸੀਂ ਅਨਾਜ ਦੇ ਦਿੱਤਾ ਲੋਕਾਂ ਨੂੰ, ਗਰੀਬ ਲੋਕਾਂ ਨੂੰ 5 ਕਿਲੋ ਜਿਹੜਾ ਪਰ ਮੰਥ ਦਾ ਅਨਾਜ ਦੇ ਦਿੱਤਾ। ਜਿਵੇਂ ਹੁਣ ਤਾਲਾਬੰਦੀ ਦੌਰਾਨ ਹੋਇਆ ਹੈਗਾ, ਤਾਲਾਬੰਦੀ ਦੌਰਾਨ ਤਾਂ ਆਤਿਸ਼ ਆਪਣੇ ਸਾਰਿਆਂ ਦੇ ਸਾਹਮਣੇ, ਜਿਹੜੇ ਦਰਸ਼ਕ ਚੰਗੀ ਤਰ੍ਹਾਂ ਜਾਣਦੇ ਨੇ, ਕਿੰਨੀਆਂ ਖਬਰਾਂ ਆਈਆਂ ਨੇ ਕਿ ਕੋਈ ਨਾਗਪੁਰ ਤੋਂ ਚੱਲਿਆ, ਕੋਈ ਯੂਪੀ ਜਾ ਰਿਹਾ, ਕੋਈ ਬਿਹਾਰ ਜਾ ਰਿਹਾ, ਪੰਜਾਬ 'ਚੋਂ ਕਿੰਨੇ ਲੋਕ ਤੁਰ ਕੇ ਗਏ। ਇੱਕ ਉੱਥੋਂ ਖਬਰ ਆਈ ਸੀ ਬਿਹਾਰ 'ਚੋਂ 3 ਬੱਚਿਆਂ ਦੀ ਮੌਤ ਹੋ ਗਈ ਸੀ ਜਿਹੜੇ ਪੈਦਲ ਚੱਲੇ ਸੀਗੇ। ਤਾਂ ਹੋਰ ਕਿੰਨੇ ਲੋਕ ਵੀ ਜਿਹੜੇ ਦਿਨ ਰਾਤ ਪੈਦਲ ਚੱਲੇ ਸੀ, ਕਿੰਨਾ ਲੋਕਾਂ ਦੀ ਇਸੇ ਕਰਕੇ ਮੌਤ ਹੋ ਗਈ ਸੀਗੀ। ਚਾਹੇ ਸਾਡੇ ਪੰਜਾਬ 'ਚ ਇਸ ਕਿਸਮ ਦੇ ਹਾਲਾਤ ਨਹੀਂ ਹੈਗੇ ਨੇ, ਪਰ ਇਹ ਨਹੀਂ ਹੁੰਦਾ ਕਿ ਡਾਇਰੈਕਟਲੀ ਹਰ ਗੱਲ ਭੁੱਖ ਨਾਲ ਜੋੜੀ ਜਾਵੇ ਕਿ ਉਹਦੇ ਕੋਲ ਖਾਣ ਲਈ ਨਹੀਂ। ਸਾਨੂੰ ਇਕੱਲੀ ਇਹ ਨਹੀਂ, ਸਾਨੂੰ ਜਿਉਣਯੋਗ ਹਾਲਾਤ ਵੀ ਤਾਂ ਚਾਹੀਦੇ ਆ, ਸਾਡੀ ਇਹ ਕੰਡੀਸ਼ਨ ਹੋਣ। ਸਾਡੇ ਪੰਜਾਬ ਦੇ ਵਿੱਚ ਇੱਕ ਨਵਾਂ ਵਰਤਾਰਾ ਪਿਛਲੇ ਦਿਨਾਂ 'ਚ ਸਾਡੇ ਸਾਹਮਣੇ ਆ ਰਿਹਾ। ਹੁਣ ਅੱਜ ਦੀਆਂ ਖਬਰਾਂ ਹੈਗੀਆਂ ਨੇ ਕਿ ਉਹ ਫਰੀਦਕੋਟ ਦੇ ਕਲੇਰ ਪਿੰਡ ਦੇ ਵਿੱਚ ਇੱਕ ਜਿਹੜਾ ਭੱਠੇ ਦਾ ਮਨੀਮ ਸੀਗਾ, ਉਹਨੇ ਆਪਣੇ 3 ਜੀਆਂ ਨੂੰ, ਬੱਚਿਆਂ ਨੂੰ 2 ਸਮੇਤ, ਤੇ ਅੱਗ ਲਾ ਕੇ ਤੇ ਖੁਦ ਵੀ ਅੱਗ ਲਾ ਲਈ ਹੈਗੀ ਹੈ। ਉਹ ਚਾਹੇ ਦੇਖਣ ਦੇ ਤੌਰ 'ਤੇ ਆਪਾਂ ਇਹ ਨਹੀਂ ਕਹਿ ਸਕਦੇ ਕਿ ਭੁੱਖਮਰੀ ਦੀ ਗੱਲ ਹੈ, ਪਰ ਹਾਲਾਤ ਕਿਹੋ ਜਿਹੇ ਨੇ ਸਾਡੇ, ਸਾਨੂੰ ਇਸ ਤਰ੍ਹਾਂ ਦਾ ਮਾਹੌਲ ਵੀ ਬਣਾਉਣਾ ਪਏਗਾ ਤਾਂ ਕਿ ਲੋਕ ਇੱਕ ਸੰਤੁਸ਼ਟੀ, ਪੌਸ਼ਟਿਕ ਖੁਰਾਕ ਵੀ ਲੈ ਸਕਣ, ਮਾਨਸਿਕ ਤੌਰ 'ਤੇ ਵੀ ਜਿਹੜਾ ਉਹ ਸੰਤੁਸ਼ਟ ਹੋ ਸਕਣ। ਸਾਨੂੰ ਇੱਕ ਮਾਨਸਿਕ ਆਜ਼ਾਦੀ ਦੀ ਵੀ ਲੋੜ ਹੈ, ਉਸ ਮਾਹੌਲ ਦੀ ਵੀ ਲੋੜ ਹੈ। ਪਰ ਹੁਣ ਕੀ ਹੈ, ਟੋਟਲੀ ਮਾਹੌਲ ਇੱਕ ਭੈ ਵਾਲਾ ਹੈ। ਭੈ ਵਾਲੇ ਮਾਹੌਲ 'ਚ ਤਾਂ ਜਿਸ ਤਰ੍ਹਾਂ ਮਾਹਰ ਵੀ ਕਹਿੰਦੇ ਨੇ ਕਿ ਅਗਰ ਤੁਸੀਂ ਮਾਨਸਿਕ ਤੌਰ 'ਤੇ ਚਿੰਤਾ 'ਚ ਹੈਗੇ ਹੋ, ਤਾਂ ਜਿਹੜਾ ਖਾਧਾ ਹੋਇਆ ਫੂਡ ਹੈ ਤੁਹਾਡਾ, ਉਹ ਵੀ ਤੁਹਾਨੂੰ ਪ੍ਰੋਪਰ ਨਹੀਂ ਲੱਗਦਾ। ਤਾਂ ਸਾਡੇ ਬੱਚਿਆਂ ਦੀ ਜਿਸ ਤਰ੍ਹਾਂ ਹੁਣ ਮੌਤਾਂ ਦੀ ਗੱਲ ਆਉਂਦੀ ਹੈ, ਜਾਂ ਅਸੀਂ ਦੇਖਦੇ ਹਾਂ ਕਿ ਸਾਡੇ ਬੱਚਿਆਂ ਦਾ ਜਿਹੜੀ ਹਾਈਟ ਹੈ, ਜਿੰਨੀ ਇੱਕ ਪੈਮਾਨਾ ਹੈ, ਉਸ ਤੋਂ ਘੱਟ ਆ ਰਹੀ ਹੈਗੀ ਹੈ, ਜਾਂ ਉਹਨਾਂ ਦਾ weight ਹੈ ਉਸ ਤੋਂ ਘੱਟ ਆ ਰਿਹਾ ਹੈਗਾ। ਤਾਂ ਸਾਡੇ ਮੋਸਟਲੀ ਜਿਹੜੀਆਂ ਆਤਿਸ਼ ਇਹਨਾਂ ਦੇ ਦੇਖੀਏ ਤਾਂ ਨੋਰਮਲੀ ਜਿਹੜੇ ਮੋਸਟ ਪਾਪੂਲੇਸ਼ਨ ਹੈ ਜਿਹੜੀ ਸਾਡੀ, ਉਹ ਯੂਪੀ, ਬਿਹਾਰ, ਮੱਧ ਪ੍ਰਦੇਸ਼, ਰਾਜਸਥਾਨ 30-35% ਹੈ ਜਿਹੜੀ, ਜਾਂ 35 ਤੋਂ 40% ਦੇ ਕਰੀਬ ਜਿਹੜੀ ਪਾਪੂਲੇਸ਼ਨ ਹੈ ਇਹਨਾਂ ਸਟੇਟਾਂ ਦੇ ਵਿੱਚ ਹੈਗੀ ਹੈ। ਅਸੀਂ ਟੋਟਲ ਨੂੰ ਇੱਕ ਥਾਂ ਨਹੀਂ ਮੇਲ ਕੇ ਦੇਖ ਸਕਦੇ। ਨੈਸ਼ਨਲ ਪਾਲਿਸੀ ਜਦੋਂ ਬਣਦੀ, ਠੀਕ ਹੈ, ਸਾਂਝੀ ਬਣਨੀ ਚਾਹੀਦੀ ਹੈ, ਪਰ ਉਹਨਾਂ ਦੇ ਹਾਲਾਤ, ਜਿਸ ਤਰ੍ਹਾਂ ਮਾਰਾ ਨੇ ਅੱਜ ਵੀ ਇਸ ਗਲੋਬਲ ਜਿਹੜਾ ਇੰਡੈਕਸ ਹੈਗਾ, ਹੰਗਰ ਇੰਡੈਕਸ ਹੈਗਾ, ਇਸ 'ਤੇ ਟਿੱਪਣੀ ਕਰਦੇ ਕਿਹਾ ਹੈ ਕਿ ਇਹਨਾਂ ਵੱਲ ਧਿਆਨ ਦੇਣਾ ਪਏਗਾ ਸਾਨੂੰ। ਮੱਧ ਪ੍ਰਦੇਸ਼ ਦੇ ਕੁਝ ਪਾਰਟ 'ਚ ਉੱਥੇ ਥੋੜ੍ਹਾ ਸੁਧਾਰ ਹੋਇਆ ਪਹਿਲਾਂ ਨਾਲੋਂ, ਪਰ ਇਹਨਾਂ ਸਟੇਟਾਂ ਨੂੰ ਦੇਖਣ, ਉੜੀਸਾ 'ਚ ਬਹੁਤ ਮਾੜੀ ਹਾਲਤ ਹੈ। ਉੜੀਸਾ 'ਚ ਤਾਂ ਆਪਾਂ ਖਬਰਾਂ ਸੁਣਦੇ ਰਹੇ ਹਾਂ ਕਿ ਬੱਚਿਆਂ ਨੇ ਜਿਹੜੀਆਂ ਉਹ ਅੰਬ ਦੀਆਂ ਗੁਠਲੀਆਂ ਹੁੰਦੀਆਂ, ਬੜੀਆਂ ਕੜਵੀਆਂ ਹੁੰਦੀਆਂ ਨੇ, ਜ਼ਹਿਰੀਲੀਆਂ ਹੁੰਦੀਆਂ ਨੇ, ਉਹ ਖਾ ਲੀਆਂ। ਅਤੇ ਇਸ ਤਰ੍ਹਾਂ ਦੇ ਹਾਲਾਤਾਂ 'ਚ ਤਾਂ ਅਸੀਂ ਜੀ ਰਹੇ ਹੈਗੇ ਹਾਂ। ਸਾਡੇ ਠੀਕ ਹੈ ਪੋਜੀਸ਼ਨ ਥੋੜ੍ਹੀ ਇੱਦਾਂ ਦਾ ਹੈਗਾ ਕਿ ਅਸੀਂ ਪੰਜਾਬ ਦੇ ਲੋਕ ਸਰਬੱਤ ਦਾ ਭਲਾ ਮੰਗਣ ਵਾਲੇ ਲੋਕ ਹੈਗੇ ਹਾਂ, ਸਾਡੇ ਹਾਲਾਤ ਵੀ ਠੀਕ ਹੈ, ਸਾਡੇ ਤਾਂ ਕੋਈ ਭੁੱਖਾ ਨਹੀਂ ਸੌਂਦਾ, ਅਸੀਂ ਤਾਂ ਭੁੱਖਿਆਂ ਨੂੰ ਰਜਾਉਣ ਵਾਲਾ ਸੂਬਾ ਹੈ ਸਾਡਾ ਤਾਂ। ਪਰ ਦੂਜੇ ਸੂਬਿਆਂ ਦੇ ਵਿੱਚ ਇੱਦਾਂ ਦੇ ਹਾਲਾਤ ਨਹੀਂ ਹੈਗੇ। ਬਹੁਤ ਸਾਰੀਆਂ ਜਿਹੜੀਆਂ ਭੁੱਖਮਰੀ ਨਾਲ ਮੌਤਾਂ ਹੁੰਦੀਆਂ ਵੀ ਨੇ, ਤਾਂ ਸਾਡੀਆਂ ਸਰਕਾਰਾਂ, ਜਿਸ ਤਰ੍ਹਾਂ ਸਾਡੇ ਮੀਡੀਆ ਦਾ ਵੀ ਨੈਸ਼ਨਲ ਲੈਵਲ 'ਤੇ ਇਹ ਹਾਲ ਹੈ ਕਿ ਉਹਨਾਂ ਨੂੰ ਦਬਾ ਦਿੱਤਾ ਜਾਂਦਾ ਹੈਗਾ। ਜਿਹੜੀ ਦੂਜੀ ਗੱਲ ਤੁਸੀਂ ਕਹੀ ਸੀ ਗੋਦਾਮਾਂ ਵਾਲੀ, ਠੀਕ ਹੈ, ਸਾਡੇ ਗੋਦਾਮ ਭਰੇ ਪਏ ਨੇ। ਭਰੇ ਕਿਹਨਾਂ ਨੇ? ਕਿਸਾਨਾਂ ਨੇ, ਜਿਹਦੇ ਵਿੱਚ ਸਭ ਤੋਂ ਵੱਧ ਕੰਟਰੀਬਿਊਸ਼ਨ ਪੰਜਾਬ ਦਾ ਹੈਗਾ। ਅਤੇ ਪੰਜਾਬ ਦੇ ਵਿੱਚ ਤਾਂ ਪਿੱਛੇ ਜਦੋਂ ਆ ਤਾਲਾਬੰਦੀ ਨਾ ਹੁੰਦੀ ਤਾਂ ਸਾਡਾ ਹੁਣ ਅਨਾਜ ਹੈ ਜਿਹੜਾ ਚੁੱਕਿਆ ਗਿਆ, ਨਹੀਂ ਸਾਡੇ ਤਾਂ ਗੋਦਾਮ ਭਰੇ ਪਏ ਸੀਗੇ।
ਕੋਈ ਇੱਥੇ ਚੁੱਕਣ ਨੂੰ ਤਿਆਰ ਨਹੀਂ ਸੀਗੀ, ਤੇ ਵੱਡੀ ਗਿਣਤੀ 'ਚ ਜਿਹੜਾ ਅਨਾਜ ਆ ਉਹ ਖਰਾਬ ਵੀ ਹੋ ਜਾਂਦਾ ਹੈ। ਤੇ ਤਾਂ ਹੀ ਕਰਕੇ ਇਸ ਕਿਸਮ ਦੀਆਂ ਰਿਪੋਰਟਾਂ ਆਉਂਦੀਆਂ। 95,000 ਕਰੋੜ ਦਾ ਜਿਹੜਾ ਹਰ ਸਾਲ ਅਨਾਜ ਹੈ ਉਹ ਪੋਸਟ ਹਾਰਵੈਸਟ ਹੈ ਜਿਹੜਾ ਉਹ ਵੇਸਟ ਚਲਾ ਜਾਂਦਾ ਹੈਗਾ। ਇੱਕ ਐਫਸੀਆਈ ਮੈਂ ਦੀ ਵਿੱਚ ਟੋਕਣਾ ਚਾਹਾਂਗਾ ਤੁਹਾਨੂੰ ਵੀ ਕਿ ਸਰਕਾਰੀ ਜੇ ਡਾਟੇ ਦੀ ਗੱਲ ਕਰੀਏ ਤਾਂ ਪੰਜਾਬ ਦਾ ਕੀ ਪੂਰੇ ਦੇਸ਼ ਦਾ ਅਨਾਜ ਜਿਹੜਾ ਗੋਦਾਮਾਂ 'ਚ ਪਿਆ ਉਹ ਸੈਂਕੜੇ ਟਨ ਅਨਾਜ ਤਾਂ ਚੂਹੇ ਵੀ ਖਾ ਜਾਂਦੇ ਸਰਕਾਰੀ ਰਿਕਾਰਡ 'ਚ। ਇਹਦੇ ਵਿੱਚ ਜ਼ਰੂਰ ਸਾਡੇ ਨਾਲ ਸਾਂਝਾ ਕਰੋ। ਨਹੀਂ ਆਤਿਸ਼ ਠੀਕ ਹੈ, ਉਹ ਤਾਂ ਬਹੁਤ ਸਾਰੇ ਕਾਰਨ ਬਣਦੇ, ਇਨਸੈਕਟ ਬਣਦੇ ਗੋਦਾਮਾਂ 'ਚ। ਦੇਖੋ ਆਪਾਂ ਆਮ ਤਸਵੀਰਾਂ ਦੇਖਦੇ ਹਾਂ ਕਿ ਜਿਹੜੇ ਉਹਨਾਂ ਤੇ ਪਾਣੀ ਪਾਇਆ ਜਾਂਦਾ ਹੈਗਾ, ਸਿੱਲਾ ਕੀਤਾ ਜਾਂਦਾ ਤਾਂ ਕਿ ਉਹਦਾ ਵੇਟ ਇਨਕਰੀਜ਼ ਹੋ ਜੇ। ਕਿਉਂਕਿ ਐਫਸੀਆਈ ਸਭ ਤੋਂ ਵੱਧ ਜੇ ਕਰਪਸ਼ਨ ਹੈਗੀ ਹੈ ਤਾਂ ਸਾਡੀਆਂ ਜਿਹੜੀਆਂ ਫੂਡ ਗ੍ਰੇਨ ਏਜੰਸੀਜ਼ ਹੈ ਇਹਦੇ ਵਿੱਚ ਬਹੁਤ ਜ਼ਿਆਦਾ ਹੈ, ਚਾਹੇ ਉਹ ਐਫਸੀਆਈ ਹੈ ਚਾਹੇ ਸਟੇਟ ਦੀਆਂ ਏਜੰਸੀਆਂ ਹੈਗੀਆਂ ਨੇ। ਪਾਣੀ ਪਾ ਦਿੱਤਾ ਜਾਂਦਾ ਹੈ, ਬਹੁਤ ਹੀ ਜਿਹੜੀ ਹੈਗੀ ਹੈ ਦਿਖਾ ਦਿੱਤੀ ਜਾਂਦੀ ਹੈ ਕਿ ਇਨਸੈਕਟ ਹੈ ਜਿਹੜੇ ਉਹ ਖਾ ਗਏ। ਕੁਛ ਟਰਾਂਸਪੋਰਟੇਸ਼ਨ ਲਾਸਿਸ ਦਿਖਾ ਦਿੱਤੇ ਜਾਂਦੇ ਨੇ ਕਿ ਗੋਦਾਮ ਤੱਕ ਫਸਲ ਗਈ, ਫਿਰ ਗੋਦਾਮ ਤੋਂ ਜਿਹੜੀ ਇੱਕ ਟ੍ਰੇਨ ਜਦੋਂ ਰੈਕ ਲੱਗਦਾ ਉਹਦੇ ਤੱਕ ਗਈ। ਬਹੁਤੇ ਲਾਸਿਸ ਇਸ ਤਰ੍ਹਾਂ ਦਿਖਾ ਦਿੱਤੇ ਜਾਂਦੇ ਨੇ, ਜਿਸ ਤਰ੍ਹਾਂ ਇਹਨਾਂ ਦੀ ਰਿਪੋਰਟ ਹੁਣੇ ਆਈ ਹੈ ਐਫਸੀਆਈ ਦੀ। ਇਕੱਲੀ ਐਫਸੀਆਈ ਦੇ ਪਿਛਲੇ 5 ਸਾਲਾਂ 'ਚ 48 ਕਰੋੜ ਦਾ ਜਿਹੜਾ ਅਨਾਜ ਹੈ ਉਹ ਡੈਮੇਜ ਹੋ ਗਿਆ ਪਿਆ ਗੋਦਾਮਾਂ ਦੇ ਵਿੱਚ। ਹਾਲਾਂਕਿ ਮੋਸਟਲੀ ਵੱਡਾ ਪਾਰਟ ਹੈ ਜਿਵੇਂ ਪੰਜਾਬ ਦੇ ਵਿੱਚ ਉਹ ਸਟੇਟ ਏਜੰਸੀਆਂ ਪ੍ਰੋਕਿਓਰ ਕਰਦੀਆਂ, ਚਾਹੇ ਬਿਹਾਫ ਤੇ ਐਫਸੀਆਈ ਕਰਦੀਆਂ ਨੇ, ਉਹਦਾ ਡਾਟਾ ਇਹਦੇ ਵਿੱਚ ਸ਼ਾਮਲ ਨਹੀਂ। 48 ਕਰੋੜ ਦਾ ਅਨਾਜ ਹੈ ਜਿਹੜਾ ਉਹ ਇੱਦਾਂ ਹੀ ਵੇਸਟ ਪਿਆ ਹੋ ਗਿਆ, ਜਿਹਦੀ ਪ੍ਰੋਪਰ ਸਾਂਭ ਸੰਭਾਲ ਨਹੀਂ ਕੀਤੀ ਗਈ। ਤਾਂ ਇੱਕ ਬੜੀ ਜਿਹੜੀ ਚੂਹਿਆਂ ਵਾਲੀ ਗੱਲ ਤੋਂ ਮੈਨੂੰ ਯਾਦ ਆ ਗਈ ਕਿ ਇੱਕ ਜਿਹੜਾ ਆਪਣੇ ਐਕਟ ਬਣਿਆ ਹੈਗਾ ਮਿਲਾਵਟਖੋਰੀ ਖਿਲਾਫ, ਜਿਹੜਾ ਐਕਟ ਬਣਿਆ 54-55 ਦੇ ਵਿੱਚ ਦੇ ਆਸ-ਪਾਸ, ਉਹਦੇ ਵਿੱਚ ਮੈਨੂੰ ਕਿਸੇ ਨੇ ਦੱਸਿਆ ਕਿ ਮੱਦ ਵੀ ਹੈਗੀ ਹੈ ਕਿ ਉਹਨਾਂ ਟਾਈਮਾਂ 'ਚ ਚੂਹੇ ਜ਼ਿਆਦਾ ਹੁੰਦੇ ਸੀਗੇ, ਉਹ ਗੋਦਾਮਾਂ 'ਚ ਜ਼ਿਆਦਾ ਘੁਸਪੈਠ ਕਰਦੇ ਸੀ, ਖਾ ਜਾਂਦੇ ਸੀ, ਤਾਂ ਉਹਨਾਂ ਦੀਆਂ ਮੀਂਗਣਾ ਮਿਕਸ ਹੋ ਜਾਂਦੀਆਂ ਸੀ। ਤਾਂ ਇਹ ਗੱਲ ਮਾਫ ਸੀ ਕਿ ਜੇ 1 ਕੁਆਂਟਲ ਦੇ ਵਿੱਚ 500 ਮੀਂਗਣਾ ਆਉਂਦੀਆਂ ਤਾਂ ਉਹ ਜਾਇਜ਼ ਹੈ, ਉਹਨੂੰ ਮਿਲਾਵਟਖੋਰੀ ਨਹੀਂ ਸੀ ਮੰਨਿਆ ਜਾਂਦਾ। ਤਾਂ ਇਸ ਕਿਸਮ ਦੇ ਜੇ ਅਸੀਂ ਅੱਜ ਖਾਈਏ ਤਕਰੀਬਨ ਉਸ ਤਰ੍ਹਾਂ ਹੀ ਖਾ ਰਹੇ ਹਾਂ, ਮੀਂਗਣਾ ਨਹੀਂ, ਸਾਡੇ ਕੋਲ ਹੋਰ ਬਹੁਤ ਚੀਜ਼ਾਂ ਮਿਲ ਕੇ ਆ ਰਹੀਆਂ ਮਿਲਾਵਟਖੋਰੀ ਦੇ ਵਿੱਚ। ਤਾਂ ਇਸ ਕਿਸਮ ਦੇ ਵੀ ਹਾਲਾਤ ਹੈਗੇ ਨੇ ਕਿ ਸਾਡੇ ਕੋਲ ਗੋਦਾਮ ਭਰੇ ਹੋਏ ਨੇ, ਪਰ ਫਿਰ ਵੀ ਸਾਡੀਆਂ ਰਿਪੋਰਟਾਂ ਜਿਹੜੀਆਂ ਇਸ ਕਿਸਮ ਦੀਆਂ ਆ ਰਹੀਆਂ ਨੇ। ਚਰਨਜੀਤ ਜੀ, ਇੱਕ ਪਾਸੇ ਦੇਸ਼ ਦੇ ਵਿੱਚ ਜਿਹੜਾ ਹੈਗਾ ਕਿਸਾਨ ਅੰਦੋਲਨ ਚੱਲ ਰਿਹਾ, ਉਸੇ ਦੌਰਾਨ ਜਿਹੜਾ ਹੈਗਾ ਇਹ ਰਿਪੋਰਟ ਆਉਂਦੀ ਹੈ ਵੀ ਕਿ ਭਾਰਤ ਦਾ ਜਿਹੜਾ ਹੈਗਾ ਭੁੱਖਮਰੀ ਦੇ ਵਿੱਚ 94ਵਾਂ ਜਿਹੜਾ ਹੈਗਾ ਨੰਬਰ ਹੈਗਾ, ਸਥਾਨ 'ਤੇ ਹੈਗਾ ਭਾਰਤ। ਇਹ ਦੋਨਾਂ ਚੀਜ਼ਾਂ ਨੂੰ ਤੁਸੀਂ ਮਿਲਾ ਕੇ ਕਿਵੇਂ ਵੇਖਦੇ? ਦੋ ਚੀਜ਼ਾਂ ਹੈ ਆਤਿਸ਼। ਇੱਕ ਤਾਂ ਇਹ ਹੈ ਕਿ ਆਪਾਂ ਨਾਰਮਲੀ ਕਹਿੰਦੇ ਕਿ ਅੰਨਦਾਤਾ ਹੈ ਜੀ, ਉਹ ਸਾਡੀਆਂ ਸਰਕਾਰਾਂ ਵੀ ਕਹਿੰਦੀਆਂ ਨੇ, ਚਾਹੇ ਕੋਈ ਗਵਰਨਮੈਂਟ ਹੋਵੇ, ਚਾਹੇ ਸੈਂਟਰ ਦੀ ਹੋਵੇ ਚਾਹੇ ਸਟੇਟ ਦੀ ਹੋਵੇ। ਪਰ ਅਸਲ 'ਚ ਉਹਨਾਂ ਦੇ ਜਿਹੜੇ ਦਿਮਾਗ ਦੇ ਵਿੱਚ ਗੱਲ ਬੈਠੀ ਉਹ ਮਤਦਾਤਾ ਵਾਲੀ ਬੈਠੀ ਹੋਈ ਹੈ, ਉਹ ਮਤਦਾਤਾ ਨੂੰ ਲੈ ਕੇ ਚੱਲਦੀਆਂ। ਅੰਨਦਾਤਾ ਤਾਂ ਉਹ ਵਾਰੀ ਤੌਰ 'ਤੇ ਕਹਿੰਦੀਆਂ ਨੇ। ਤਾਂ ਇਹ ਰਿਪੋਰਟ ਜਦੋਂ ਹੁਣ ਆਈ ਹੈ ਭੁੱਖਮਰੀ ਵਾਲੀ, ਤਾਂ ਇਸ ਕਰਕੇ ਇਹ ਅੰਦੋਲਨ ਨੂੰ ਦੇਖਣਾ ਬਹੁਤ, ਉਸ ਨਜ਼ਰ 'ਚ ਦੇਖਣਾ ਬਹੁਤ ਜ਼ਰੂਰੀ ਹੋ ਜਾਂਦਾ ਹੈਗਾ ਕਿ ਜੇ ਸਾਡੀ ਕੰਡੀਸ਼ਨ ਇਹੋ ਜਿਹੀ ਹੈ ਤਾਂ ਇਹ ਰਿਪੋਰਟ ਸਾਨੂੰ ਇੱਕ ਚੇਤਾ ਕਰਾਉਂਦੀ ਹੈ ਸਾਡੀ ਕਿਸਾਨੀ ਦਾ, ਇੰਡੀਆ ਦੀ ਕਿਸਾਨੀ ਦਾ, ਪੰਜਾਬ ਦੀ ਕਿਸਾਨੀ ਦੀਆਂ ਉਹਨਾਂ ਵੱਲੋਂ ਕੀਤੀ ਹੋਈ ਜਿਹੜੀ ਐਫਰਟਸ ਹੈਗੀਆਂ ਨੇ ਅਨਾਜ ਪੈਦਾ ਕਰਨ ਦੇ ਲਈ, ਜਿਹਨੇ ਪੂਰੇ ਮੁਲਕ ਨੂੰ ਰਜ਼ਾਇਆ। ਤਾਂ ਇਹ ਉਸ ਵੱਲ ਇਸ਼ਾਰਾ ਕਰਦੀ ਹੈ ਇਹ ਰਿਪੋਰਟ ਹੈ ਜਿਹੜੀ। ਤਾਂ ਇਸ ਦੇ ਵਿੱਚੋਂ ਨਿਕਲੀ ਹੋਈ ਹੈ ਸਾਡਾ ਕਿਸਾਨ ਅੰਦੋਲਨ ਕਿ ਜਿਹੜੇ ਖੇਤੀ ਕਾਨੂੰਨ ਨਿਕਲੇ, ਚਾਹੀਦਾ ਸੀ ਕਿ ਉਸ ਨੂੰ ਨਵਾਜਣਾ ਚਾਹੀਦਾ ਸੀ ਕਿਸਾਨ ਨੂੰ। ਤਾਂ ਪਰ ਸਾਡੀ ਸੈਂਟਰ ਗਵਰਨਮੈਂਟ ਨੇ ਕੀ ਕੀਤਾ, ਸਾਨੂੰ ਇੱਕ ਨਵੇਂ ਖੇਤੀ ਕਾਨੂੰਨ ਦਿੱਤੇ ਜਿਹਨੇ ਪੂਰੇ ਪੰਜਾਬ ਨੂੰ ਇਸ ਵੇਲੇ ਉਬਾਲ ਦੇ ਦਿੱਤਾ ਹੈਗਾ। ਕੱਲ੍ਹ ਨੂੰ ਪੰਜਾਬ ਸਰਕਾਰ ਵੀ ਜਿਹੜੀ ਵਿਧਾਨ ਸਭਾ ਦਾ ਸੈਸ਼ਨ ਹੋ ਰਿਹਾ, ਅੱਜ ਵੀ ਸੀਐਮ ਸਾਹਿਬ ਜਿਹੜੇ ਆਪਣੇ ਕੈਬਨਿਟ ਦੇ ਵਜ਼ੀਰਾਂ ਨਾਲ ਜਿਹੜਾ ਕੱਲ੍ਹ ਨੂੰ ਬਿੱਲ ਲੈ ਕੇ ਆਉਣਾ ਉਸ ਦੀ ਡਿਸਕਸ਼ਨ ਕਰ ਰਹੇ ਨੇ। ਉਹਦੇ ਵਿੱਚ ਕੀ ਨਿਕਲਦਾ ਕੀ ਨਹੀਂ ਨਿਕਲਦਾ ਉਹ ਵੱਖਰੀ ਗੱਲ ਹੈ, ਪਰ ਇਸੇ ਦੌਰਾਨ ਸਾਡੇ ਜਿਹੜੇ ਕਿਸਾਨ ਵੀਰ ਆ, ਸਾਰੀਆਂ ਕਿਸਾਨ ਧਿਰਾਂ ਉਹ ਡਟੀਆਂ ਹੋਈਆਂ ਨੇ। ਕੋਈ ਰੇਲਾਂ 'ਤੇ, ਰੇਲ ਮਾਰਗਾਂ 'ਤੇ ਬੈਠਾ ਹੈ, ਕੋਈ ਜਿਹੜੇ ਮਾਲ ਹੈ ਉਹਨਾਂ ਦੇ ਅੱਗੇ ਬੈਠਾ ਹੈ, ਕੋਈ ਜਿਹੜੇ ਤੇਲ ਪੰਪ ਹੈ ਉਹਨਾਂ ਦੇ ਅੱਗੇ ਬੈਠਾ ਹੈ। ਤਾਂ ਸਟਰਗਲ ਹੈ ਜਿਹੜੀ ਪੰਜਾਬ ਦੇ ਵਿੱਚ ਉਹ ਪੂਰੀ ਚੱਲੀ ਹੋਈ ਹੈ ਤੇ 20 ਤੱਕ ਹੈ ਜਿਹੜੀਆਂ ਕਿਸਾਨ ਧਿਰਾਂ ਨੇ ਇਹ ਕੰਟੀਨਿਊ ਕਰਨ ਦਾ ਫੈਸਲਾ ਕੀਤਾ ਹੋਇਆ। ਕਿਸਾਨ ਮਜ਼ਦੂਰ ਜਥੇਬੰਦੀ ਹੈ ਜਿਹੜੀ ਉਹਨੇ 21 ਤੱਕ ਅਨਾਊਂਸ ਕੀਤਾ ਹੋਇਆ ਹੈ। ਤਾਂ ਇਹ ਕਿਸਾਨ ਅੰਦੋਲਨ ਹੈ ਜਿਹੜਾ ਇਸ ਵੇਲੇ ਇੱਕ ਬੜੇ ਅਹਿਮ ਪੜਾਅ 'ਤੇ ਪਹੁੰਚ ਗਿਆ ਤੇ ਇਸ ਸਟੇਜ 'ਤੇ ਜਦੋਂ ਪਹੁੰਚਿਆ ਹੋਇਆ ਹੈਗਾ, ਜਦੋਂ ਸੈਂਟਰ ਨੂੰ ਪੂਰਾ ਹੁਣ ਚੇਤਾ ਆ ਗਿਆ ਕਿ ਅੰਦੋਲਨ ਦਾ ਉਹਨੇ ਦਮ ਦੇਖ ਲਿਆ ਹੈਗਾ ਔਰ ਕਿਸਾਨਾਂ ਦਾ ਰੋਹ ਦਾ ਜਿਹੜਾ ਉਸ ਨੂੰ ਵੀ ਨਾਪ ਲਿਆ, ਉਸ ਨੂੰ ਵੀ ਮਾਪ ਲਿਆ ਹੈ ਸੈਂਟਰ ਨੇ। ਤਾਂ ਇੱਕ ਇਸ ਮੋੜ 'ਤੇ ਆ ਕੇ ਹੁਣ ਸਾਨੂੰ ਬੜੇ ਠਰਮੇ ਔਰ ਸੰਜਮ ਵਰਤਣਾ ਪੈਣਾ ਹੈਗਾ। ਜਿਸ ਤਰ੍ਹਾਂ ਆਪਾਂ ਗੱਲ ਆਪਣੀ ਖਤਮ ਕਰਾਂਗੇ ਕਿ ਤੁਸੀਂ ਉਹ ਸੁਣੀ ਹੋਏਗੀ ਧੋਬੀ ਦੇ ਗਧੇ ਵਾਲੀ ਗੱਲ, ਤਾਂ ਕਿ ਇੱਕ ਵਾਰੀ ਜਮਦੂਤ ਨੇ ਸ਼ਰਾਰਤ ਕੀਤੀ। ਉਹਨੇ ਕੀ ਕੀਤਾ, ਇੱਕ ਧੋਬੀ ਦੇ ਜਿਹੜੇ ਗਧੇ ਸੀ ਬੰਨੇ ਹੋਏ ਉਹ ਖੋਲ੍ਹਤੇ। ਤਾਂ ਉਹ ਗਧੇ ਕਿਸੇ ਫਾਰਮਰ ਦੀ ਜਿਹੜੀ ਕਿਸਾਨ ਦੀ ਪੈਲੀ 'ਚ ਚਲੇ ਗਏ, ਤਾਂ ਉਹਦੀ ਪੈਲੀ ਚਰ ਗਏ। ਤਾਂ ਗੁੱਸੇ 'ਚ ਆਏ ਕਿਸਾਨ ਨੇ ਸਾਰੇ ਗਧੇ ਮਾਰਤੇ। ਤੇ ਜਦੋਂ ਗਧੇ ਮਾਰਤੇ ਤਾਂ ਧੋਬੀ ਨੂੰ ਪਤਾ ਲੱਗਿਆ
ਕਿ ਮੇਰੇ ਤਾਂ ਸਾਰੇ ਗਧੇ ਖਤਮ ਕਰਤੇ, ਮੇਰੇ ਤਾਂ ਰੋਜੀ ਰੋਟੀ ਦਾ ਸਵਾਲ ਹੈ। ਤਾਂ ਉਹਨੇ ਗੁੱਸੇ 'ਚ ਆ ਕੇ ਕਿਸਾਨ ਮਾਰਤਾ। ਤੇ ਜਦੋਂ ਕਿਸਾਨ ਦੇ ਮੁੰਡੇ ਨੂੰ ਪਤਾ ਲੱਗਾ ਕਿ ਮੇਰੇ ਬਾਪ ਨੂੰ ਮਾਰਤਾ, ਤਾਂ ਕਿਸਾਨ ਦੇ ਮੁੰਡੇ ਨੇ ਧੋਬੀ ਨੂੰ ਮਾਰਤਾ। ਧੋਬੀ ਨੂੰ ਮਾਰ ਕੇ ਉਹ ਖੁਦ ਸੁਸਾਈਡ ਕਰ ਗਿਆ। ਲੈ ਹੁਣ ਜਦੋਂ ਸਾਰੇ ਜਾਣੇ ਇਕੱਠੇ ਹੋ ਕੇ ਧਰਮਰਾਜ ਦੀ ਕਚਹਿਰੀ 'ਚ ਗਏ ਤਾਂ ਜਮਦੂਤ ਅੱਗੇ ਖੜਾ, ਤਾਂ ਸਾਰੇ ਉਹਦੇ ਗਲ ਪੈ ਗਏ, ਕਹਿੰਦੇ ਗਧੇ ਕਿਉਂ ਖੋਲੇ? ਤਾਂ ਜਮਦੂਤ ਹੱਸ ਪਿਆ, ਕਹਿੰਦਾ ਮੈਂ ਤਾਂ ਗਧੇ ਖੋਲੇ ਸੀ, ਤੁਸੀਂ ਆਪਣੇ ਅੰਦਰ ਬੈਠਾ ਸ਼ੈਤਾਨ ਖੋਲਤਾ। ਸੋ ਸਾਰੇ ਇਹਨਾਂ ਕਿਸਾਨ ਵੀਰਾਂ ਨੂੰ, ਸਾਡੀਆਂ ਕਿਸਾਨ ਧਿਰਾਂ ਨੂੰ ਇਹ ਬੇਨਤੀ ਹੈ ਕਿ ਹੁਣ ਸਾਡੀ ਜਿਹੜੀ ਸੈਂਟਰ ਸਰਕਾਰ ਹੈ ਉਹ ਅਗਲਾ ਜਿਹੜਾ ਪੈਂਤੜ ਹੈ ਉਹ ਕਿਸੇ ਨਾ ਕਿਸਮ ਦੇ ਰੂਪ ਦੇ ਵਿੱਚ ਗਧੇ ਖੋਲੇਗੀ, ਤਾਂ ਕਿ ਇਹ ਅੰਦੋਲਨ ਜਿਹੜਾ ਲੀਹ ਤੋਂ ਭੜਕੇ, ਇਹ ਅੰਦੋਲਨ ਟਕਰਾਓ ਦਾ ਰੂਪ ਲਏ। ਤਾਂ ਲੋੜ ਹੈ ਕਿ ਇਹ ਕਿਸਾਨ ਧਿਰਾਂ ਔਰ ਮੇਰੇ ਕਿਸਾਨ ਵੀਰ ਹੈ, ਜਿਹੜੇ ਮਜ਼ਦੂਰ ਹੈ, ਉਹਨਾਂ ਨਾਲ ਜੁੜੀਆਂ ਹੋਈਆਂ ਹੋਰ ਧਿਰਾਂ, ਕਿ ਉਹ ਆਪਣੇ ਅੰਦਰਲੇ ਬੈਠੇ ਸ਼ੈਤਾਨ ਨੂੰ ਕਾਬੂ ਵਿੱਚ ਰੱਖਣ। ਉਸ ਨੂੰ ਕਾਬੂ ਵਿੱਚ ਰੱਖ ਕੇ ਹੀ ਇਹ ਜਿਹੜਾ ਅੰਦੋਲਨ ਹੈ ਉਹ ਜਿੱਤਿਆ ਜਾ ਸਕਦਾ ਹੈ, ਇਸ ਨੂੰ ਕਿਸੇ ਮੁਕਾਮ ਤੇ ਪਹੁੰਚਾਇਆ ਜਾ ਸਕਦਾ ਹੈ। ਧੰਨਵਾਦ। ਇਹ ਸਨ ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਸਿੰਘ ਭੁੱਲਰ, ਜਿਨ੍ਹਾਂ ਨੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ੍ਹ ਨੂੰ ਇਸੇ ਸਮੇਂ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।